इतना आसान नहीं है खुदा की बंदगी करना, इतना आसान नहीं है खुदा की इबादत करना। दिल से गुरूर जाएगा तभी तो नूर आएगा, दिल से गुरूर जाएगा तभी तो नूर आएगा। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵਿਰਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਹੁਣ ਆਪਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਗੀਤ। ਵਿਚਾਰਨ ਦੀ ਗੱਲ ਦੋਸਤੋ, ਅੱਜ ਦਾ ਜੋ ਦਿਨ ਹੈ ਇਹ ਉਹ 9/11 ਹੈ 2001 ਦੇ ਵਿੱਚ, ਜਦੋਂ ਅੱਤਵਾਦ ਨੇ ਆਪਣਾ ਦੁਨੀਆ ਦੇ ਵਿੱਚ ਸਿਰ ਚੜ੍ਹ ਕੇ ਆਪਣਾ ਆਤੰਕ ਦਿਖਾਇਆ ਸੀ। USA ਦੇ ਦੋ ਜਿਹੜੇ ਟਵਿਨ ਟਾਵਰ ਸੀ ਨਿਊਯਾਰਕ ਦੇ, ਉਹਨਾਂ ਨੂੰ ਜਹਾਜ਼ ਮਾਰ ਕੇ ਉਹਨਾਂ ਦੇ ਵਿੱਚ ਗਿਰਾ ਦਿੱਤਾ ਗਿਆ ਸੀ। ਦੋਸਤੋ ਕਰੀਬ 3000 ਲੋਕਾਂ ਦੀ ਉਸ ਦੇ ਵਿੱਚ ਮੌਤ ਹੋਈ ਸੀ। ਦੋਸਤੋ ਦੁਨੀਆ ਵਿੱਚ ਅੱਜ ਉਸ ਦੇ ਨਾਲੋਂ ਵੀ ਜ਼ਿਆਦਾ ਸਾਨੂੰ ਪੀਸ ਦੀ ਲੋੜ ਹੈ। ਇਹ ਗੱਲ ਠੀਕ ਹੈ ਕਿ ਸਿਕਿਉਰਿਟੀਜ਼ ਬਹੁਤ ਵਧੀਆ, ਇਹੋ ਜਿਹੀ ਦੁਰਘਟਨਾ ਫੇਰ ਨਹੀਂ ਹੋਈ, ਪਰ ਇਹ ਇੰਨੀ ਬੇਚੈਨੀ ਦੁਨੀਆ 'ਚ ਕਿਉਂ ਲੱਗੀ ਹੋਈ ਹੈ? ਇਹਦਾ ਕੋਈ ਰੀਜ਼ਨ ਹੈ। ਜੋ ਵੀ ਰੀਜ਼ਨ ਹੈ, ਆਪਾਂ ਜਿੱਥੇ ਵੀ ਬੈਠੇ ਹਾਂ ਕੋਈ ਨਾ ਕੋਈ ਐਸੇ ਉਪਰਾਲੇ ਕਰੀਏ, ਚਾਹੇ ਇੰਡੀਵਿਜੂਅਲੀ ਤੇ ਚਾਹੇ ਗਰੁੱਪ ਬਣਾ ਕੇ, ਕਿ ਦੁਨੀਆ ਵਿੱਚ ਪੀਸ ਹੋਵੇ। ਕੈਨੇਡਾ ਦੇ ਵਿੱਚ ਇਲੈਕਸ਼ਨਾਂ ਦਾ ਮਾਹੌਲ ਹੈ। ਪਿਛਲੇ ਹਫਤੇ ਦੀ ਗੱਲ ਹੈ ਕਿ ਟਰੂਡੋ ਸਾਹਿਬ ਲੰਡਨ ਓਨਟਾਰੀਓ ਦੇ ਵਿੱਚ ਗਏ ਕੰਪੇਨ ਕਰਨ, ਤੇ ਉੱਥੇ ਪ੍ਰਦਰਸ਼ਨਕਾਰੀ ਵਿਰੋਧ ਕਰ ਰਹੇ ਸੀ ਉਹਨਾਂ ਦੇ ਖਿਲਾਫ, ਤੇ ਕਿਸੇ ਨੇ ਬਜਰੀਆਂ ਦੀਆਂ ਮੁੱਠੀਆਂ ਭਰ ਕੇ ਉਹਨਾਂ 'ਤੇ ਮਾਰੀਆਂ ਤੇ ਕੁਝ ਪੱਤਰਕਾਰਾਂ ਦੇ ਵੀ ਲੱਗੀਆਂ, ਜੋ ਕਿ ਬੜੀ ਹੀ ਨਿੰਦਣਯੋਗ ਘਟਨਾ ਹੈ। ਦੋਸਤੋ ਸਾਨੂੰ ਲੀਡਰ ਉਹ ਚਾਹੀਦੇ ਨੇ ਜਿਹੜੇ ਪੀਸ ਦੀ ਗੱਲ ਕਰਨ। ਅਸੀਂ ਲੱਕੀ ਹਾਂ ਕਿ ਕੈਨੇਡਾ ਦੇ ਵਿੱਚ ਸਾਡੇ ਜਿਹੜੇ ਲੀਡਰ ਜੋ ਵੀ ਅੱਗੇ ਆਉਣਾ ਚਾਹੁੰਦੇ ਆ, ਕਮ ਸੇ ਕਮ ਉਹ ਦੁਨੀਆ 'ਚ ਇੱਦਾਂ ਦਾ ਖਿਲਵਾੜ ਨਹੀਂ ਕਰਨਾ ਚਾਹੁੰਦੇ ਕਿ ਜਿਨ੍ਹਾਂ ਨਾਲ ਦੁਨੀਆ ਦੇ ਵਿੱਚ ਹੋਰ ਲੜਾਈਆਂ ਤੇ ਜਾਂ ਉਹ ਲੜਾਈ ਦੇ ਵਿੱਚ ਆਪਣਾ ਕਿਤੇ ਉਹ ਯੋਗਦਾਨ ਪਾਉਂਦੇ ਹੋਣ। USA ਦੀ ਇੱਕ ਕਮੀ ਰਹੀ ਹੈ ਕਿ ਜਾਰਜ ਬੁਸ਼ ਸਾਹਿਬ, ਜਿੱਥੇ ਉਹਨਾਂ ਨੇ ਉਸਾਮਾ ਬਿਨ ਲਾਦਨ ਹੋਰਾਂ ਨੂੰ ਮਰਵਾਇਆ ਬਾਅਦ ਵਿੱਚ ਓਬਾਮਾ ਹੋਰਾਂ ਨੇ, ਇਹ ਉਸਾਮਾ ਕਿਸੇ ਵਕਤ ਜਾਰਜ ਬੁਸ਼ ਹੋਰਾਂ ਦੀ ਫੈਮਿਲੀ ਦੇ ਨਾਲ ਹੀ ਆਪਣੇ ਬਿਜ਼ਨਸ ਰਿਲੇਸ਼ਨ ਰੱਖਦਾ ਸੀ। ਉਸ ਨੂੰ ਅਫਗਾਨਿਸਤਾਨ ਭੇਜਿਆ ਗਿਆ ਸੀ ਉੱਥੋਂ ਰਸ਼ੀਆ ਨੂੰ ਕੱਢਣ ਦੇ ਵਾਸਤੇ। ਫਿਰ ਅਣਬਣ ਹੋ ਗਈ ਤੇ ਫਿਰ ਉਹ ਦੁਸ਼ਮਣ ਬਣ ਗਏ। ਦੋਸਤੋ ਪਰਸਨਲ ਜਿਹੜੇ ਆਪਣੇ ਬਿਜ਼ਨਸ ਦੇ ਮਾਮਲੇ ਨੇ ਜਾਂ ਹਉਮੈ ਦੇ ਮਾਮਲੇ ਨੇ, ਉਹਦੇ ਵਿੱਚ ਨਜਾਇਜ਼ ਲੋਕਾਂ ਨੂੰ ਨਾ ਮਰਵਾਇਆ ਜਾਏ। ਦੇਖੋ BJP ਦੀ ਜੇ ਇੰਡੀਆ ਦੀ ਗੱਲ ਕਰੀਏ, ਮੋਦੀ ਸਾਹਿਬ ਦੀ, ਕਹਿੰਦੇ ਆ ਜੀ ਹਿੰਦੂ ਧਰਮ ਖਤਰੇ ਵਿੱਚ ਹੈ। ਯਾਰ 80% ਦੇ ਕਰੀਬ ਹਿੰਦੂ ਹੈ ਉੱਥੇ, 14% ਜਿਹੜੇ ਮੁਸਲਿਮ ਨੇ, 2.3% ਕ੍ਰਿਸਚਨ ਨੇ ਤੇ 1.72% ਸਿੱਖ ਨੇ, ਤੇ ਬਾਕੀ ਜੈਨ, ਬੁੱਧ ਇਹ 1% ਤੋਂ ਘੱਟ ਨੇ, ਜਾਂ ਹੋਰ ਵੀ ਜਿਹੜੀਆਂ ਜਾਤੀਆਂ ਜਾਂ ਹੋਰ ਵੀ ਧਰਮ ਨੇ ਇੰਨੇ ਥੋੜ੍ਹੇ ਨੇ। ਤੇ ਹਿੰਦੂ ਕਿੱਥੇ ਖਤਰੇ 'ਚ ਹੈ? ਦੋਸਤੋ ਇਹ ਲੀਡਰ ਸਾਨੂੰ ਲੋਕਾਂ ਨੂੰ ਧਰਮ ਦੇ ਨਾਂ 'ਤੇ ਬੇਵਕੂਫ ਬਣਾਉਂਦੇ ਆ, ਤੇ ਆਪ ਉੱਪਰ ਇਹਨਾਂ ਦਾ ਕੋਈ ਧਰਮ ਨਹੀਂ। ਇਹ ਆਪਣੇ ਜੇ ਮੋਦੀ ਸਾਹਿਬ ਅਮਰੀਕਾ ਦੇ ਪਾਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਬੇਵਕੂਫ ਬਣਾਉਣ ਲਈ ਗੁਜਰਾਤ ਦੇ ਵਿੱਚ 8 ਫੁੱਟ ਦੀ ਕੰਧ ਕਰ ਸਕਦੇ ਆ, ਤਾਂ ਕਿ ਝੁੱਗੀਆਂ ਨਾ ਦਿਖਣ ਉੱਥੇ ਕਿਤੇ ਗਿਆ ਨੂੰ, ਤੇ ਆਪਣੇ ਅੰਧ ਭਗਤਾਂ ਨੂੰ ਕਿੰਨਾ ਕੁ ਬੇਵਕੂਫ ਬਣਾਉਂਦੇ ਆ, ਅੰਦਾਜ਼ਾ ਲਾ ਕੇ ਵੇਖੋ। ਆਓ ਆਪਾਂ ਯਤਨ ਕਰੀਏ, ਯਤਨ ਕਿਸੇ ਵੀ ਤਰ੍ਹਾਂ ਦੇ ਇੰਡੀਵਿਜੂਅਲ ਜਾਂ ਟੀਮ ਵਰਕ ਕਰਕੇ ਐਸੋਸੀਏਸ਼ਨ ਬਣਾ ਕੇ ਕਰੀਏ ਕਿ ਦੁਨੀਆ ਵਿੱਚ ਸ਼ਾਂਤੀ ਹੋਏ। ਦੋਸਤੋ ਜਿੱਥੇ ਅੱਤਵਾਦ ਹੁੰਦਾ ਹੈ, ਉਹ ਬੱਚਾ, ਬੁੱਢਾ, ਜਵਾਨ, ਔਰਤ, ਬੱਚੀਆਂ ਕੁਛ ਨਹੀਂ ਦੇਖਦਾ, ਉੱਥੇ ਬਹੁਤ ਤਬਾਹੀ ਮਚਦੀ ਹੈ, ਚੀਥੜੇ ਉੱਡ ਜਾਂਦੇ ਨੇ। ਜ਼ਰਾ ਮਹਿਸੂਸ ਕਰਕੇ ਦੇਖੋ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਜੇ ਅਸੀਂ ਇਹ ਸਭ ਕੁਝ ਦੇਖਦੇ ਹੋਏ ਨਹੀਂ ਬੋਲਦੇ, ਤੇ ਇਹ ਵੀ ਇਨਸਾਨੀਅਤ ਦੇ ਨਾਲ ਇੱਕ ਧਰੋਹ ਹੈ, ਇਹ ਇੱਕ इंसानियत के नाल धोखा है। पेश है आज का एक जोक। अब्राहम लिंकन USA के जो प्रेसिडेंट रहे हैं 1860s में, एक बार अपने अधिकारी को डिक्टेशन दे रहे थे, तो वहाँ पे पीछे उनके एक लेडी जो है काफ़ी ऊंचा बोल रही थी, मीन्स नॉट सिविलाइज्ड वे। तो वो अधिकारी धीरे से बोलता है कि सर ये लेडी कुछ ज़्यादा नहीं हमको परेशान कर रही। तो लिंकन साहब कहते हैं शी इज़ माई वाइफ। सॉरी सर, मुझसे गलती हो गई। अरे तुम क्यों माफ़ी मांग रहे हो? गलती तो मेरे से हुई है इससे शादी करके।
Marvelous English speaking course, the best course for ESL, you betcha. East or West, Professor Verdi is the best. जी और इनका प्रोग्राम आता है बेड़ा खुशियांदा और ਤੁਸੀਂ ਵੇਖਦੇ ਰਹਿੰਦੇ ਹੋ ਤੁਹਾਨੂੰ ਮਜ਼ਾ ਆ ਰਿਹਾ ਹੋਗਾ ਮੈਨੂੰ ਪਤਾ ਹੈ ਤੁਸੀਂ ਇੰਜੋਏ ਵੀ ਕਰਦੇ ਹੋ ਭਾਜੀ ਤੁਸੀਂ ਤਾਂ ਕਮਾਲ ਕਰਦੇ ਹੋ ਭਾਜੀ ਤੁਹਾਡਾ ਪ੍ਰੋਗਰਾਮ ਵੀ ਬੜੀ ਤਾਰੀਫ ਸੁਣਿਆ ਮੈਂ जनाब मैं तो आपकी तरफ देख के आपसे इंस्पिरेशन लेके ये सब करता हूँ जी शुक्रिया आपका थैंक यू वेरी मच आपको बहुत बहुत मुबारक बेड़ा खुशियांदा देखते रहिए इंजॉय करते रहिए थैंक यू वेरी मच ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਫਾਰਮਸ ਜਾਂ ਐਪਲੀਕੇਸ਼ਨ ਭਰਵਾਉਣਾ ਚਾਹੁੰਦੇ ਹੋ ਜਿਵੇਂ ਕਿ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਵਿਜ਼ਿਟਰ ਵੀਜ਼ਾ ਦੀ ਐਕਸਟੈਂਸ਼ਨ ਵਰਕ ਪਰਮਿਟ ਓਪਨ ਵਰਕ ਪਰਮਿਟ ਸਪਾਊਸਲ ਵਰਕ ਪਰਮਿਟ ਐਮਐਸਪੀ ਪੀਏ ਜਾਂ ਤੁਸੀਂ ਟ੍ਰਾਂਸਲੇਟਰ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਫੈਸ਼ਨਲ ਸੇਵਾਵਾਂ ਲੈਣ ਲਈ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ 604 446 0340 ਜਾਂ 778 788 3700 ਮੈਂ ਜੀਡੀਪੀ ਕਾਲਜ ਤੋਂ 1 ਮੰਥ ਟ੍ਰੇਨਿੰਗ ਲੈ ਕੇ ਆਈ ਸਕੋਰ 7 bands in IELTS and I am very happy and the teacher was very brilliant and ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜਿਵੇਂ ਵੀ ਇਹਨਾਂ ਨੇ ਟੀਚਿੰਗ ਕਰਾਈ ਐਂਡ ਜੋ ਵੀ ਟੌਪਿਕਸ ਵਗੈਰਾ ਦਿੱਤੇ ਉਹਨਾਂ ਵਿੱਚੋਂ ਹੀ ਮੈਨੂੰ ਤਾਂ ਟੌਪਿਕ ਵੀ ਆ ਗਿਆ ਐਂਡ ਮੈਂ ਬਹੁਤ ਖੁਸ਼ ਹਾਂ ਕਿ ਮੇਰੇ 7 ਬੈਂਡ ਆਏ For more info, please visit englishisveryeasy.com. ਸਾਡਾ ਕੈਨੇਡਾ ਦੋਸਤੋ ਆਪਾਂ ਨੂੰ ਸਿਟੀਜ਼ਨਸ਼ਿਪ ਦੇ ਵਿੱਚ ਕੁਐਸਚਨ ਕੁਝ ਆ ਸਕਦੇ ਆ ਕਿ ਜਿਹੜੇ ਕਨਫਿਊਜ਼ ਕਰਦੇ ਆ ਸਟੂਡੈਂਟ ਕਈ ਦੱਸਦੇ ਆ ਕਿ ਕੋਈ ਉਹਨਾਂ ਨੂੰ ਇਸ ਤਰ੍ਹਾਂ ਦਾ ਕਨਫਿਊਜ਼ਨ ਹੋਇਆ ਹੈ ਅਗਰ ਕਿਹਾ ਜਾਏ ਕਿ ਹੂ ਵਰ ਦਾ 3 ਫਾਊਂਡਿੰਗ ਪੀਪਲ ਆਫ ਕੈਨੇਡਾ ਤੇ ਆਪਾਂ ਕੀ ਕਹਿਣਾ ਹੈ ਉਹ 3 ਮੇਜਰ ਗਰੁੱਪ ਕੌਣ ਸੀਗੇ ਐਬੋਰੀਜਨਲ ਜੋ ਸਭ ਤੋਂ ਪਹਿਲਾਂ ਆਏ ਸੀ ਦੈਨ ਫ੍ਰੈਂਚ ਜੋ ਕਿ 1600 ਦੇ ਵਿੱਚ अर्ਲੀ 1600 ਚ ਇੱਥੇ ਆਏ ਸੀ ਐਂਡ ਦੈਨ ਬ੍ਰਿਟਿਸ਼ ਜੋ ਕਿ ਉਹਨਾਂ ਤੋਂ ਕਰੀਬ 100 ਸਾਲ ਬਾਅਦ ਇੱਥੇ ਆਏ ਸੀ ਔਰ ਅਗਰ ਕਿਹਾ ਜਾਵੇ what 3 types of aboriginals are there ਤੇ ਹੁਣ ਇਹਦੇ ਵਿੱਚ ਕਨਫਿਊਜ਼ਨ ਨਹੀਂ ਰੱਖਣਾ aboriginals ਦੇ ਅੱਗੇ ਜੋ 3 ਹੋਰ ਗਰੁੱਪ ਨੇ ਉਹ ਨੇ ਫਸਟ ਨੇਸ਼ਨਸ ਇਹ ਐਕਚੁਅਲੀ ਪਹਿਲਾਂ ਇੰਡੀਅਨਸ ਆ ਇਹਨਾਂ ਨੂੰ ਰੈਡ ਇੰਡੀਅਨ ਕਿਹਾ ਜਾਂਦਾ ਸੀ 1970s ਤੋਂ ਇਹਨਾਂ ਨੂੰ ਫਿਰ ਫਸਟ ਨੇਸ਼ਨਸ ਕਿਹਾ ਜਾਣ ਲੱਗਾ ਔਰ ਇਹ ਕਰੀਬ 65% ਨੇ ਮੇਟੀ ਲੋਕ ਜਿਹੜੇ ਕਿ ਆਮ ਤੌਰ ਤੇ ਪੱਧਰੇ ਇਲਾਕਿਆਂ 'ਚ ਰਹਿੰਦੇ ਨੇ ਪ੍ਰੇਰੀਜ਼ ਵਿੱਚ ਯਾਨੀ ਅਲਬਰਟਾ ਸਸਕੈਚੁਅਨ ਤੇ ਮੈਨੀਟੋਬਾ ਵਿੱਚ ਇਹ ਲੋਕ ਕਰੀਬ 30% ਨੇ ਤੇ ਇਨਵਿਟਸ ਜਿਨ੍ਹਾਂ ਨੇ ਟੋਟਮ ਪੋਲ ਦਾ ਆਰਟ ਡਿਵੈਲਪ ਕੀਤਾ ਸੀ ਇੱਥੇ BC ਵਿੱਚ ਉਹ 5-7% ਕਰੀਬ BC 'ਚ ਰਹਿੰਦੇ ਨੇ ਬਾਕੀ ਸਾਰੇ ਸਕੈਟਰਡ ਕਮਿਊਨਿਟੀਜ਼ ਦੇ ਵਿੱਚ ਨੇ ਇਨ ਦੀ ਆਰਕਟਿਕ ਸਰਕਲ ਤੇ ਮੋਸਟਲੀ ਉਹ ਨੁਨਾਵਤ ਟੈਰੀਟਰੀ 'ਚ ਨੇ ਜਿੱਥੇ ਦੀ ਕੈਪੀਟਲ ਇਕਾਲੁਇਤ ਹੈ ਇਸ ਲਈ ਇਹ ਦੋਨਾਂ ਕੁਸ਼ਤਾਂ ਨੂੰ ਕਨਫਿਊਜ਼ਨ ਨਹੀਂ ਹੋਣ ਦੇਣਾ 3 ਫਾਊਂਡਿੰਗ ਪੀਪਲ ਆਫ ਕੈਨੇਡਾ ਤੇ 3 ਗਰੁੱਪਸ ਆਫ ਐਬੋਰੀਜਨਲ ਪੀਪਲ ਹਾਂਜੀ ਮੇਰਾ ਨਾਮ ਜਗਪ੍ਰੀਤ ਸਿੰਘ ਮੈਂ ਟੋਰਾਂਟੋ ਰਹਿਣਾ ਜੀ ਤੇ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਹੈਗਾ ਸੋ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਉਹਨਾਂ ਨੇ ਮੈਨੂੰ ਫੋਨ ਦੇ ਉੱਪਰ ਹੀ ਥੋੜੇ ਸਮੇਂ ਦੇ ਵਿੱਚ ਵਿਦਿਨ ਅ ਵੀਕ ਇੰਨੀ ਕੁ ਵਧੀਆ ਪ੍ਰਪੇਅਰ ਕਰਾਇਆ ਕਿ ਫਸਟ ਅਟੈਂਪਟ ਦੇ ਵਿੱਚ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਕਲੀਅਰ ਹੋ ਗਿਆ ਸੋ ਹਾਈਲੀ ਰეკਮੈਂਡਡ GTP ਮਾਰਵਲਸ ਕਾਲਜ ਮਿਸਟਰ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਥੈਂਕ ਯੂ ਵੈਰੀ ਮਚ For more info, please visit englishisveryeasy.com. आज का एक और जोक दोस्तों एक फैमिली किसी अपने दोस्त फैमिली के घर डिनर पे गई और वो लोग जो हैं अपनी हस्बैंड वाइफ और अपने 9 बच्चों को साथ में लेके वहाँ पे पहुँच गए अब वो घर वाले परेशान हो गए तो वो हस्बैंड वाइफ जो होस्ट थे वो किचन में खड़े बातें कर रहे हैं वो वाइफ कह रही है कमाल है इतने बच्चे साथ में लेके आ गए इनके इतने बच्चे हैं लज्जा नहीं आई अब ये जो बात लज्जा नहीं आई ये थोड़ा उसने ऊंची बोल दी तो जो आए थे गेस्ट उनके वो आदमी बोला बहन जी भाभी जी असल में लज्जा का कल एग्जाम था वो इसलिए नहीं आई पाल दिए नाम जी बिरदी खैर मंगे बिरदी खैर मंगे बिरदी खैर मंगे दिन रात तेरी पिंड तेरा तैनू याद करदा तेरा तैनू याद
याद करदा इंग्लिश इज़ वेरी ईजी। दोस्तों मैं लगातार कुछ ना कुछ चीज़ां सिੱਖਦਾ ਰਹਿੰਦਾ ਹਾਂ ਕਿਉਂਕਿ ਮੈਂ ਇੰਗਲਿਸ਼ ਦੀ ਅਖਬਾਰ ਡੇਲੀ ਪੜ੍ਹਦਾ ਹਾਂ, ਇੰਗਲਿਸ਼ ਨਿਊਜ਼ ਪੜ੍ਹਦਾ ਹਾਂ ਇੰਟਰਨੈਟ ਤੇ, ਜਾਂ ਜਦੋਂ ਮੌਕਾ ਮਿਲੇ ਮੈਂ ਹੋਰ ਵੀ ਨਿਊਜ਼ਪੇਪਰ ਨੂੰ ਐਨਾਲਾਈਜ਼ ਕਰਦਾ ਹਾਂ, ਮੈਗਜ਼ੀਨਸ ਨੂੰ ਐਨਾਲਾਈਜ਼ ਕਰਦਾ ਹਾਂ। ਮੈਂ ਜ਼ਿੰਦਗੀ 'ਚ ਪਹਿਲੀ ਵਾਰ ਇਹ ਪਿਛਲੇ ਹਫਤੇ ਵਰਡ ਸਿੱਖਿਆ ਕਿ ਸਟਰਲਿੰਗ ਦਾ ਮਤਲਬ ਇੱਕ ਨਵਾਂ ਵੀ ਹੁੰਦਾ ਹੈ, ਜਿਹਦਾ ਕਿ ਆਪਾਂ ਜਾਣਦੇ ਹਾਂ ਕਿ ਪਾਉਂਡ ਸਟਰਲਿੰਗ, ਇਹ ਜੋ ਕਿ ਇੰਗਲੈਂਡ ਦੀ ਕਰੰਸੀ ਹੈ। ਪਾਉਂਡ ਦਾ ਮਤਲਬ ਇਹ ਯੂਕੇ ਦੀ ਕਰੰਸੀ ਹੈ। ਪਾਉਂਡ ਦਾ ਇੱਕ ਹੋਰ ਮਤਲਬ ਹੁੰਦਾ ਹੈ, ਉਹ ਕੀ ਹੁੰਦਾ ਹੈ ਕਿ ਜਿਵੇਂ ਜ਼ੋਰ ਜ਼ੋਰ ਦੀ ਕੁਝ ਮਾਰਨਾ ਜਾਂ ਕਿਸੇ ਨੂੰ ਕੁੱਟ ਕੇ ਉਹਦੀ ਚਟਣੀ ਬਣਾ ਦੇਣੀ, ਉਹਨੂੰ ਪੀ ਦੇਣਾ, ਜਾਂ ਆਪਾਂ ਕਹੀਏ ਵੀ ਆਪਾਂ ਮੱਥੇ 'ਚ ਇੱਦਾਂ ਮੁੱਕੀਆਂ ਮਾਰਦੇ ਹਾਂ, ਪਾਉਂਡਿੰਗ ਔਨ ਮਾਈ ਟੈਂਪਲਸ ਜਾਂ ਪਾਉਂਡਿੰਗ ਮਾਈ ਟੈਂਪਲਸ। ਤੇ ਸਟਰਲਿੰਗ ਦਾ ਮਤਲਬ ਕੀ ਹੁੰਦਾ? ਥੋਰੋਲੀ ਐਕਸਲੈਂਟ। ਯਾਨੀ ਕਿ ਯੂਕੇ ਵਾਲਿਆਂ ਨੇ ਆਪਣੀ ਕਰੰਸੀ ਦਾ ਨਾਮ ਰੱਖਿਆ ਕਿ ਪਾਉਂਡ ਥੋਰੋਲੀ ਐਕਸਲੈਂਟ। ਤੇ ਥੋਰੋਲੀ ਐਕਸਲੈਂਟ ਦਾ ਜੋ ਮੈਂ ਸੈਂਟੈਂਸ ਪੜ੍ਹਿਆ ਅਖਬਾਰ ਦੇ ਵਿੱਚ, ਉਹ ਮੈਨੂੰ ਬੜਾ ਪਸੰਦ ਆਇਆ। ਉਹ ਕੀ ਸੈਂਟੈਂਸ ਹੈ ਤੁਹਾਨੂੰ ਲਿਖਿਆ ਵੀ ਦੇਖੋ ਇੱਥੇ ਆ ਰਿਹਾ ਹੈ ਕਿ ਗੁੱਡ ਟੀਚਰਸ ਸ਼ੁੱਡ ਬੀ ਰਿਸਪੈਕਟਡ ਫॉर देयर ਸਟਰਲਿੰਗ ਕੰਟਰੀਬਿਊਸ਼ਨ ਟੂ ਦਾ ਸੋਸਾਇਟੀ। ਜਿਹੜੇ ਅੱਛੇ ਟੀਚਰ ਨੇ ਉਹਨਾਂ ਨੂੰ ਡਿਊਲੀ ਰਿਸਪੈਕਟ ਕੀਤਾ ਜਾਣਾ ਚਾਹੀਦਾ ਹੈ, ਉਹਨਾਂ ਦੀ ਬੜੀ ਹੀ ਕਮਾਲ ਦੀ ਥੋਰੋਲੀ ਐਕਸਲੈਂਟ ਜੋ ਕੰਟਰੀਬਿਊਸ਼ਨ, ਯੋਗਦਾਨ ਜੋ ਹੈ ਸਮਾਜ ਦੇ ਵਾਸਤੇ ਹੈ ਨਾ। ਤੁਹਾਡੇ ਵਾਸਤੇ ਵੀ ਇਹ ਨਵਾਂ ਵਰਡ। Today's one more joke. A math teacher was teaching to grade 3 students and he asked one question of plus adding, and he wanted to know. He asked the students, I have 3 bottles in my hand and 2 bottles in my other hand. Now what do I have? One student stood up and he said, Sir, you have a bad drinking problem. Marvelous English speaking course. We love Marvelous English speaking course. East or west, Marvelous English speaking course is the best. IELTS, SELPIP, ਸਿਟੀਜ਼ਨਸ਼ਿਪ ਅਸੀਂ ਨਹੀਂ ਬੋਲਦੇ, ਇਹ ਤਾਂ ਸਾਡੀ ਪ੍ਰੋਫੈਸ਼ਨਲ ਕੋਚਿੰਗ ਬੋਲਦੀ ਹੈ। ਕਾਲ ਕਰੋ 604 725 3340। ਮਨੀ ਮੈਟਰਸ। ਦੋਸਤੋ ਪਿਛਲੇ ਹਫਤੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਸੀ ਕਿ ਟਰਮ ਇੰਸ਼ੋਰੈਂਸ ਤੇ ਯੂਨੀਵਰਸਲ ਲਾਈਫ ਦੋਨਾਂ ਵਿੱਚ ਕੀ ਫਰਕ ਹੈ, ਜੋ ਕਿ ਯੂਨੀਵਰਸਲ ਲਾਈਫ ਸਾਨੂੰ ਜਿਉਂਦਿਆਂ ਜੀ ਵੀ ਕੰਮ ਆਉਂਦੀ ਹੈ। ਅੱਜ ਤੁਹਾਨੂੰ ਚਾਨਣਾ ਪਾਉਂਦੇ ਹਾਂ ਕਿ ਡਿਸੇਬਿਲਿਟੀ ਇੰਸ਼ੋਰੈਂਸ ਦੇ ਉੱਤੇ। ਡਿਸੇਬਿਲਿਟੀ ਇੰਸ਼ੋਰੈਂਸ ਉਹ ਹੈ ਕਿ ਅਗਰ ਸਾਨੂੰ ਜਿਸ ਵੇਲੇ ਅਸੀਂ ਕੰਮ ਤੇ ਨਹੀਂ ਹਾਂ, ਕਿਤੇ ਸੱਟ ਚੋਟ ਲੱਗ ਜਾਂਦੀ ਹੈ ਤੇ ਅਸੀਂ ਘਰ ਸਾਨੂੰ ਬਹਿਣਾ ਪੈ ਜਾਏ, ਮੰਨ ਲਓ ਲੱਤ ਟੁੱਟ ਜਾਏ, ਬਾਂਹ ਟੁੱਟ ਜਾਏ, ਜਾਂ ਕੋਈ ਐਸੀ ਚੀਜ਼ ਹੋ ਜਾਏ ਕਿ ਅਸੀਂ ਕੰਮ ਕਰਨ ਲਾਇਕ ਨਾ ਹੋਈਏ, ਡਾਕਟਰ ਲਿਖ ਕੇ ਦੇ ਦੇਵੇ ਕਿ ਇਹ ਕੰਮ ਨਹੀਂ ਕਰ ਸਕਦਾ, ਇਹਦੀ ਟ੍ਰੀਟਮੈਂਟ ਚੱਲ ਰਹੀ ਹੈ, ਤੇ ਸਾਨੂੰ ਉਹ ਜਿਹੜੀ ਅਸੀਂ ਡਿਸੇਬਿਲਿਟੀ ਇੰਸ਼ੋਰੈਂਸ ਕਰਵਾਈ ਹੁੰਦੀ ਹੈ ਉਸ ਦੇ ਹਿਸਾਬ ਨਾਲ ਫਿਰ ਪੈਸੇ ਮਿਲਣੇ ਸ਼ੁਰੂ ਹੋ ਜਾਂਦੇ ਆ ਐਵਰੀ ਮੰਥ। ਇਸ ਦੀ ਪੇਮੈਂਟ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ। ਕਿਵੇਂ? ਕਿ ਜੇ ਤੁਸੀਂ ਕਹੋ ਕਿ ਅਗਰ ਮੈਂ 1 ਮਹੀਨਾ ਘਰ ਮੈਨੂੰ ਬੈਠਣਾ ਪੈ ਜਾਏ तो 1 महीने के बाद मेरी ये पेमेंट शुरू हो जाए, मेरे को 1 महीने जोगा अपना एमरजेंसी फंड है। जे होर घटाउणी है तो तुसी कहो जी मेरे को 2 महीने का एमरजेंसी फंड है, अगर मैनू 2 महीने तो वध घर बैठना पै जाए अपने काम तो मैनू फिर वो मेरी जिहड़ी है डिसेबिलिटी इंश्योरेंस का मनी मिलना शुरू होवे एवरी मंथ, तो ये तुहाडे नाल इस दे नाल ओहदी मंथली प्रीमियम होर घट जाएगी। तो जे 3 महीने की करते हो तो नैचुरली होर घट जाएगी। ये है तरीका कि डिसेबिलिटी इंश्योरेंस तुहाडी प्राइवेटली भी किते बाहर किते काम ते नहीं गए, तुसीं घूमदे फिरदे किते भी घर विच तुसीं किते सੱਟ लवा बैठे हो तो घर बैठना पै जाए रब ना करे, तो उस वेले काम आउंदी है। तो जे काम ते लगदी है साडे सੱਟ तो उस वेले साडा वर्कर कंपनसेशन बोर्ड या BC विच इत्थे वर्क सेफ BC, तो इसे तरह ही हर प्रोविंस दे विच ये वर्क सेफ हैगे आ बोर्ड्स, वो सानू काम ते लगन वाली सੱਟ वास्ते कंपनसेट करदे हन। अपना बिरद समारे औखी कड़ी ना देखण दे। देखते हैं कि आज के धार्मिक सैगमेंट विच प्रोफैसर साहब अपने दर्शकों लिए की जानकारी लैके आए हैं जी। प्रोफैसर साहब। हाँ जी जी जी। 9वें महल्ले के श्लोक विच जी, यानी कि धन धन श्री गुरु तेग बहादुर जी के जो लिखे हुए श्लोक ने उन्हां दे विच आउंदा है
जगत भिखारी फिरत है सबको दाता राम, कहो नानक मन सिमरत है पूਰਨ होवे काम। जिस दा मतलब की है, जगत भिखारी फिरत है, सारी दुनिया जिहड़ी है ये भिखारी है। किवें? एक बार जी अकबर ने बीरबल नूं कहा कि बीरबल मैनू दस शहर दे विच अपने किन्ने मंगते आ। जी ते बीरबल ने कहा ठीक है जी, मैनू हफ्ते का टाइम दिओ। ते बीरबल ने लिस्ट सारी तैयार करके देती। हुण जदों पढ़न लगे अकबर साहब, सब तो उत्ते उन्हां दा नाम बीरबल, मैं राजा अकबर, तू मैनू भिखारी क्या? कहंदा हजूर गलती माफ़ होवे, मैं तुहानूं हर रोज़ ही तकरीबन देखदा कि तुसीं खुदा तो हत्थ उठ के मंगदे हुंदे आ कि मैनू कुछ ना कुछ आ चीज़ दें। ते अकबर दा गुस्सा एकदम शांत हो गया। कहने का मतलब चाहे कोई मिलियनेर है, चाहे कोई बिलियनेर है, कुछ ना कुछ वो मंगदा है। ते परमात्मा एक कंडा कोई ना कोई जरूर रखता है जिहड़ा कि हर वेले सहकदा रहिंदा है। ते उस दे नाल रब नाल भी बंदे नूं जुड़न दा मौका मिलता है, दुनिया तो वो उदास भी हुंदा है। तो जगत भिखारी फिरत है सबको दाता राम, The whole mankind is wandering with a begging bowl in its hands, and the Lord blesses everyone. सबको दाता राम, ਉਹ ਸਾਰਿਆਂ ਨੂੰ ਆਸ਼ੀਰਵਾਦ ਦਿੰਦਾ, ਕਿਸੇ ਨੂੰ ਘੱਟ ਤੇ ਕਿਸੇ ਨੂੰ ਜ਼ਿਆਦਾ। जी ਜੇ ਸਾਨੂੰ ਸਾਹ ਆ ਰਿਹਾ ਹੈ, ਅਸੀਂ ਠੀਕ ਠਾਕ ਬੈਠੇ ਹਾਂ, ਅਸੀਂ ਕਿਤੇ ਅੱਗ ਵਿੱਚ ਨਹੀਂ ਸੜ ਰਹੇ, ਪਾਣੀ ਵਿੱਚ ਨਹੀਂ ਡੁੱਬ ਰਹੇ, ਕਿਤੇ ਅੱਤਵਾਦ ਵਾਲੇ ਏਰੀਏ ਜਿੱਥੇ ਕੰਟਰੀ ਉਹਨਾਂ 'ਚ ਨਹੀਂ ਸਾਡਾ ਜੇ ਜਨਮ ਹੋਇਆ, ਸਾਨੂੰ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੀਦਾ ਪਰਮਾਤਮਾ ਦਾ, ਜੋ ਸਾਨੂੰ ਦਾਤਾਂ ਦਿੱਤੀਆਂ ਉਹਨਾਂ ਦਾ ਸ਼ੁਕਰ ਮਨਾਉਣਾ ਚਾਹੀਦਾ। जी ਕਹੋ ਨਾਨਕ ਮਨ ਸਿਮਰਤ ਹੈ। ਤਾਂ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਸਮਝਾਉਂਦੇ ਆ, ਉਹ ਨਾਨਕ ਲਿਸਨ, ਯੂ ਮੈਡੀਟੇਟ ਔਨ ਦੀ ਨੇਮ ਆਫ ਲਾਰਡ, ਪਰਮਾਤਮਾ ਦੇ ਨਾਮ ਦੇ ਉੱਤੇ ਭਗਤੀ ਕਰ, ਉਹਦਾ ਨਾਮ ਸਿਮਰ, ਪੂਰਨ ਹੋਵੇ ਕਾਮ, ਯੂਅਰ ਆਲ ਅਫੇਅਰਸ ਵਿਲ ਬੀ ਰਿਜ਼ੋਲਵਡ। ਜੋ ਤੂੰ ਚਾਹੁੰਦਾ ਹੈ ਤੈਨੂੰ ਉਹ ਪਰਮਾਤਮਾ ਉਹ ਵੀ ਚੀਜ਼ਾਂ ਦਊਗਾ ਤੇ ਉਸ ਤੋਂ ਵੱਧ ਦਊਗਾ ਜਿਹੜੀਆਂ ਤੂੰ ਸੋਚੀਆਂ ਵੀ ਨਹੀਂ ਹੈਗੀਆਂ। जी बिल्कुल ਦੇਖੋ, ਇਹ ਜਦੋਂ ਅਸੀਂ ਗੁਰਬਾਣੀ ਨਾਲ ਪੜ੍ਹਦੇ ਰਹਿੰਦੇ ਆ ਨਾ, ਇਹ ਸਾਨੂੰ ਇਹ ਚੀਜ਼ ਸਮਝਾਉਂਦੀ ਹੈ ਕਿ ਆਪਾਂ ਕਰਮ ਕਰਦੇ ਹਾਂ, जी ਲੇਕਿਨ ਆਪਾਂ ਨੂੰ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਉਹਦਾ ਫਲ ਓਨਾ ਨਹੀਂ ਮਿਲਦਾ। जी ਔਰ ਕੋਈ ਵੀ ਚੀਜ਼ ਜਿਹੜੀ ਹੈ ਆਸਾਨੀ ਨਾਲ ਨਹੀਂ ਮਿਲਦੀ। ਆਪਾਂ ਕਈ ਵਾਰ ਕਹਿੰਦੇ ਕਿਸੇ ਨੂੰ ਫਲਾਨਾ ਦਾ ਜੀ ਰਾਤੋਂ ਰਾਤ ਸਟਾਰ ਬਣ ਗਿਆ, ਬਟ ਅੰਗਰੇਜ਼ੀ 'ਚ ਇੱਕ ਚੀਜ਼ ਕਹਿੰਦੇ ਆ ਕਿ ਇਟ ਟੇਕਸ 20 years of hard work to become a star overnight। जी ਕਿਸੇ ਨੂੰ ਕਹੋ ਨਾ ਰਾਤੋਂ ਰਾਤ ਸਟਾਰ ਬਣ ਗਿਆ, ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦੇ ਪਿੱਛੇ ਉਹਦੀ ਘੱਟੋ ਘੱਟ 20 ਹੋ ਸਕਦਾ 30-35 ਜਾਂ ਕਿੰਨੇ ਸਾਲਾਂ ਦੀ ਮਿਹਨਤ ਹੋਵੇ, ਜੀ। ਤਾਂ ਜਾ ਕੇ ਉਹ ਰਾਤੋਂ ਰਾਤ ਜਿਹੜਾ ਤੁਹਾਨੂੰ ਲੱਗਦਾ ਸਟਾਰ ਬਣਿਆ, ਉਸ ਦੇ ਪਿੱਛੇ ਵੀ ਝਾਤ ਮਾਰਨੀ ਹੈ। जी बिल्कुल ਤੋ ਕੰਮ ਸਾਡੇ ਸਾਰੇ ਪੂਰੇ ਹੁੰਦੇ ਆ, ਪਰ ਪਰਮਾਤਮਾ ਦੇ ਨਾਮ ਨਾਲ, ਇਸ ਦੇ ਨਾਲ ਨਾਲ ਅਸੀਂ ਕਰਮ ਕਰਨੇ ਆ। ਜਦੋਂ ਸਾਨੂੰ ਫਲ ਦੇਣਾ ਪਰਮਾਤਮਾ ਨੇ ਆਪਣੇ ਟਾਈਮ ਤੇ ਦੇਣਾ, ਲੇਕਿਨ ਅਸੀਂ ਆਪਣੇ ਕਰਮ ਕਰਨ ਆਏ ਆ, ਇਹ ਕਰਮ ਭੂਮੀ ਹੈ ਸਾਡੀ। जी ਅਸੀਂ ਚੰਗੇ ਕਰਮ ਕਰਾਂਗੇ। ਚੰਗੇ ਕਰਮ ਦਾ ਮਤਲਬ ਹੈ ਕਿ ਕਿਸੇ ਦਾ ਦਿਲ ਨਾ ਦੁਖਾਓ, ਕਿਸੇ ਨੂੰ ਗਲਤ ਗਾਈਡ ਨਾ ਕਰੋ। जी बिल्कुल ਐਸੀ ਗੱਲ ਕਰੋ ਕਿ ਅਗਲੇ ਦਾ ਦਿਲ ਨਾ ਦੁਖੇ। ਅਗਲਾ ਈਰਖਾ ਨਾ ਮਰ ਰਿਹਾ ਜਾਂ ਕਿਸੇ ਚੀਜ਼ ਨਾਲ ਮਰ ਰਿਹਾ, ਉਹ ਉਹਦਾ ਪ੍ਰੋਬਲਮ ਹੈ, जी ਲੇਕਿਨ ਤੁਸੀਂ ਵਿਕਾਰਾਂ ਤੋਂ ਮੁਕਤ ਹੋਣਾ ਹੈ। ਇਹਨਾਂ ਚੀਜ਼ਾਂ ਤੋਂ ਉੱਤੇ ਉੱਠਾਂਗੇ, ਜਿੰਨੀ ਸਾਡੀ ਸੋਚ ਉੱਪਰ ਜਾਂਦੀ ਹੈ ਓਨਾ ਹੀ ਜ਼ਿੰਦਗੀ 'ਚ ਅਸੀਂ ਤਰੱਕੀ ਕਰਦੇ ਹਾਂ। ਤੋ ਇਹ ਚੀਜ਼ਾਂ ਸਾਨੂੰ ਬਹੁਤ ਗਾਈਡ ਕਰਦੀਆਂ ਨੇ ਕਿ ਅਸੀਂ ਪੀਸਫੁਲ ਲਾਈਫ ਕਿਵੇਂ ਬਿਤਾਉਣੀ ਹੈ। ਜ਼ਿਆਦਾਤਰ ਸਾਡੇ ਹੱਥ ਹਿੱਸੇ ਨਿਰਾਸ਼ਾ ਆਉਂਦੀ ਹੈ ਕਿਸੇ ਨਾ ਕਿਸੇ ਤੋਂ, ਕਦੀ ਕਿਸੇ ਰਿਸ਼ਤੇਦਾਰ ਵੱਲੋਂ, ਭੈਣ ਭਰਾ ਵੱਲੋਂ, ਦੋਸਤਾਂ ਮਿੱਤਰਾਂ ਵੱਲੋਂ ਕਿ ਫਲਾਣੇ ਨੇ ਸਾਨੂੰ ਇਹ ਕਹਿਤਾ ਜਾਂ ਸਾਨੂੰ ਠੱਗ ਲਿਆ, ਇਹ ਹੋ ਗਿਆ, ਉਹ ਹੋ ਗਿਆ। ਲੈਸਨ ਸਿੱਖੋ। ਐਵਰੀ ਪਰਸਨ ਇਨ ਆਵਰ ਲਾਈਫ ਇਜ਼ ਫॉर ਸਮ ਰੀਜ਼ਨ। ਗੁਰਬਾਣੀ ਪੜ੍ਹਨ ਦਾ ਮਤਲਬ ਹੈ ਕਿ ਔਖੇ ਵੇਲੇ ਸਾਨੂੰ ਉਹਦੀ ਅਗਰ ਟਰਾਂਸਲੇਸ਼ਨ ਸਾਡੇ ਮਨ ਵਿੱਚ ਭਾਵ ਉਹਦੇ ਵਸੇ ਆ ਨਾ, ਤੇ ਸਾਨੂੰ ਉਸ ਲਈ ਉਹ ਡੋਲਣ ਨਹੀਂ ਦਿੰਦੀ ਹੈਗੀ ਜੀ। ਅਸੀਂ ਆਪਣੇ ਰਿਸ਼ਤੇ, ਪਿਆਰ, ਮੁਹੱਬਤ, ਜਿੱਥੇ ਵੀ ਸਾਡਾ ਸੰਯੋਗ ਬਣਿਆ, ਜੋ ਵੀ ਸਾਡੇ ਬੱਚੇ ਨੇ, ਜੋ ਸਾਡੇ ਮਾਂ-ਬਾਪ ਨੇ, ਅਗਰ ਅਸੀਂ ਉਹਨਾਂ ਨੂੰ ਐਕਸੈਪਟ ਕਰਦੇ ਹਾਂ ਤੇ ਫਿਰ ਸਾਡੀ ਜ਼ਿੰਦਗੀ ਸਹੀ ਚੱਲਦੀ ਹੈ। ਜੇ ਕਹਿੰਦੇ ਹਾਏ ਆਹ ਕਿਉਂ, ਮੇਰੇ ਡੈਡੀ ਇੱਦਾਂ ਦਾ ਕਿਉਂ, ਮੇਰੀ ਮੰਮੀ ਇੱਦਾਂ ਦੀ ਕਿਉਂ, ਮੇਰੀ ਭੈਣ, ਮੇਰੀ ਵਾਈਫ ਜਾਂ ਮੇਰੇ ਬੱਚੇ ਇੱਦਾਂ ਦੇ ਕਿਉਂ, ਫਿਰ ਅਸੀਂ ਗਿਲੇ ਸ਼ਿਕਵੇ ਕਰ ਰਹੇ ਹਾਂ। ਹੋਣਾ ਉਹੀ ਹੈ ਜੋ ਪਰਮਾਤਮਾ ਚਾਹੁੰਦਾ ਹੈ। ਇਸ ਲਈ ਜੋ ਦਿੱਤਾ ਹੈ ਪਹਿਲਾਂ ਤੇ ਆਪਣੇ ਆਪ ਨੂੰ ਐਕਸੈਪਟ ਕਰੀਏ,
ਆਪਣੇ ਆਪ ਨਾਲ ਪਿਆਰ ਕਰੀਏ, ਫਿਰ ਜੋ ਰੱਬ ਨੇ ਸਾਨੂੰ ਜੀ ਦਿੱਤੇ ਆ ਉਹਨਾਂ ਨਾਲ ਪਿਆਰ ਕਰੀਏ, ਰਿਸ਼ਤਿਆਂ ਨੂੰ ਜੋੜੀਏ। ਕਹਿੰਦੇ ਆ ਜਿਵੇਂ ਸਿਲਾਈ ਮਸ਼ੀਨ ਹੁੰਦੀ ਹੈ ਨਾ ਜੀ, ਉਹਦੇ ਵਿੱਚ ਜੇ ਧਾਗਾ ਨਾ ਹੋਵੇ ਤੇ ਉਹ ਚੱਲਦੀ ਤਾਂ ਹੈ ਪਰ ਉਹ ਸਿਲਾਈ ਨਹੀਂ ਕਰਦੀ। ਇਸੇ ਤਰ੍ਹਾਂ ਜੇ ਜ਼ਿੰਦਗੀ ਵਿੱਚ ਪਿਆਰ ਨਹੀਂ, ਇਹ ਪਿਆਰ ਧਾਗੇ ਦਾ ਰੂਪ ਹੈ। ਜੇ ਪਿਆਰ ਨਹੀਂ ਤੇ ਜ਼ਿੰਦਗੀ ਚੱਲਦੀ ਤਾਂ ਹੈ ਪਰ ਜ਼ਿੰਦਗੀ ਦਾ ਰਸ ਨਹੀਂ ਆਉਂਦਾ। ਜੇ ਆਪਾਂ ਇਹ ਚੀਜ਼ਾਂ ਸਮਝ ਕੇ ਇਹਨਾਂ ਤੇ ਅਮਲ ਕਰਕੇ ਆਪਣੀ ਜ਼ਿੰਦਗੀ ਵਿੱਚ ਇਹ ਲੈ ਕੇ ਆਵਾਂਗੇ, ਆਪਣੀ ਸੋਚ ਨੂੰ ਬਦਲ ਕੇ ਇਹਨਾਂ ਦੇ ਉੱਤੇ ਅਸੀਂ ਕੰਮ ਕਰਾਂਗੇ, ਫੇਰ ਹੀ ਤੁਹਾਡੇ ਤੇ ਸਾਡੇ ਦਿਲਾਂ ਦੇ ਤੇ ਘਰਾਂ ਦੇ ਵਿਹੜੇ ਸਦਾ ਖੁਸ਼ੀਆਂ ਨਾਲ ਮਹਿਕਦੇ ਰਹਿਣਗੇ। ਮੈਂ GDP ਕਾਲਜ ਤੋਂ 1 ਮੰਥ ਟ੍ਰੇਨਿੰਗ ਲੈ ਕੇ ਆਈ ਸਕੋਰ 7 bands in IELTS and I'm very happy and the teacher was very brilliant and ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਜਿਵੇਂ ਵੀ ਇਹਨਾਂ ਨੇ ਟੀਚਿੰਗ ਕਰਾਈ ਐਂਡ ਜੋ ਵੀ ਟੌਪਿਕਸ ਵਗੈਰਾ ਦਿੱਤੇ ਉਹਨਾਂ ਵਿੱਚੋਂ ਹੀ ਮੈਨੂੰ ਤਾਂ ਟੌਪਿਕ ਵੀ ਆ ਗਿਆ ਐਂਡ ਮੈਂ ਬਹੁਤ ਖੁਸ਼ ਹਾਂ ਕਿ ਮੇਰੇ 7 ਬੈਂਡ ਆਏ। For more info, please visit englishisveryeasy.com. दिल का आलम मैं क्या बताऊं तुझे, दिल का आलम मैं क्या बताऊं तुझे, एक चेहरे ने बहुत प्यार से देखा मुझे, दिल का आलम मैं क्या बताऊं तुझे। ਜਿਸ ਨੂੰ ਮੈਂ ਦੀ ਹਵਾ ਲੱਗੀ, ਨਾ ਹੀ ਉਸ ਨੂੰ ਕੋਈ ਦਵਾ ਅਤੇ ਨਾ ਹੀ ਉਸ ਨੂੰ ਕਦੀ ਕੋਈ ਦੁਆ ਲੱਗੀ। ਉਮੀਦ ਕਰਦੇ ਹਾਂ ਕਿ ਪਹਿਲੇ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਇਸ ਹਫਤੇ ਦਾ ਪ੍ਰੋਗਰਾਮ ਵੀ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ ਦਿੰਦੇ ਰਹਿਣਾ। ਹੁਣ ਮਿਲਦੇ ਹਾਂ ਜੀ ਅਗਲੇ ਹਫਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।